गुड मॉर्निंग स्टूडेंट्स। ਆਪਾਂ बेटा लेज़र शुरू करनी है तो एट फर्स्ट सब तो पहला लेज़र की जी डेफिनेशन है या लेज़र इटसैल्फ की है। देखो लेज़र है इट इज़ एवरीवेशन दैट स्टैंड्स फॉर लाइट एम्पलीफिकेशन बाय स्टिमुलेटेड एमिशन ऑफ रेडिएशन। देखो LASER ये फुल फॉर्म की है। L लाइट एम्पलीफिकेशन, एस तो स्टिमुलेटेड एमिशन ऑफ रेडिएशन। क्लीयर है। उसी तरह मेज़र एक डेफिनेशन है। मेज़र है माइक्रोवेव एम्पलीफिकेशन ऑफ स्टिमुलेटेड एमिशन ऑफ रेडिएशन। फ़र्क की है, एम मतलब माइक्रोवेव, एल मतलब लाइट। क्लीयर है। तो हुण इत्थे इन्हां चीज़ां दा मीनिंग की है। देखो लाइट समझते हो तुसीं, एम्पलीफिकेशन समझते हो, पर स्टिमुलेटेड एमिशन का की मीनिंग है। ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਲਾਈਟ ਦਾ ਪ੍ਰਿੰਸੀਪਲ ਸਮਝਣਾ ਪਊਗਾ ਕਿ ਲਾਈਟ ਹੈ ਜਾਂ ਜਿੰਨੀਆਂ ਵੀ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹ ਕਿਸ ਤਰ੍ਹਾਂ ਜਨਰੇਟ ਹੁੰਦੀਆਂ ਨੇ। ਦੇਖੋ ਕੋਈ ਵੀ ਆਪਣੇ ਕੋਲ ਮਟੀਰੀਅਲ ਹੈ ਉਹਦੇ ਵਿੱਚ ਕੀ ਨੇ, એનર્ਜੀ ਲੈਵਲਸ ਨੇ। ਕਿਸੇ 'ਚ એનર્ਜੀ ਲੈਵਲ 2 ਨੇ, ਕਿਸੇ 'ਚ 3 ਨੇ, ਕਿਸੇ 'ਚ 4 ਨੇ। ਠੀਕ ਹੈ ਜੀ। ਤਾਂ ਇਹ એનર્ਜੀ ਲੈਵਲਸ 'ਚ ਕੀ ਹੁੰਦਾ ਹੈ ਕਿ ਇਹਨਾਂ ਦੇ ਲੋਅਰ ਲੈਵਲ ਦੇ ਵਿੱਚ ਐਟਮਸ ਪਏ ਨੇ। ਜਦੋਂ ਇਹ એનર્ਜੀ ਗੇਨ ਕਰਕੇ ਅੱਪਰ ਲੈਵਲ 'ਚ ਜਾਂਦੇ ਨੇ ਤਾਂ ਅੱਪਰ ਲੈਵਲ ਦਾ ਲਾਈਫ ਟਾਈਮ ਘੱਟ ਹੋਣ ਕਰਕੇ ਇਹ ਆਪਣੇ ਆਪ ਨੀਚੇ ਆ ਜਾਂਦੇ ਨੇ। ਕਲੀਅਰ ਹੈ। ਤਾਂ ਉਦੋਂ ਕੀ ਹੁੰਦਾ, ਉਦੋਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਜਿਹੜੀਆਂ ਉਹ ਜਨਰੇਟ ਹੁੰਦੀਆਂ ਨੇ। ਅਗਰ ਉਹ ਵਿਜ਼ੀਬਲ ਰੀਜ਼ਨ 'ਚ ਨੇ, ਮਤਲਬ ਕਿ ਜਿਹੜੀਆਂ ਵੇਵਸ ਇੱਥੇ ਜਨਰੇਟ ਹੋ ਰਹੀਆਂ ਨੇ ਅਗਰ ਉਹਨਾਂ ਦੀ ਵੇਵ ਲੈਂਥ ਜਾਂ ਫਰੀਕੁਐਂਸੀ ਵਿਜ਼ੀਬਲ ਲਾਈਟ ਜਿੰਨੀ ਹੈ ਤਾਂ ਆਪਾਂ ਉਹਨੂੰ ਲਾਈਟ ਬੋਲ ਦਿੰਦੇ ਹਾਂ। ਅਗਰ ਉਹ ਅਲਟਰਾ ਵਾਇਲਟ ਜਿੰਨੀ ਹੈ ਤਾਂ ਆਪਾਂ ਅਲਟਰਾ ਵਾਇਲਟ ਬੋਲ ਦਿੰਦੇ ਹਾਂ। ਠੀਕ ਹੈ। ਇਸ ਤਰ੍ਹਾਂ ਜਿਹੜਾ ਆਪਾਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਪੜ੍ਹਦੇ ਹਾਂ ਉਹ 'ਚ ਜਿੰਨੀਆਂ ਵੀ ਵੇਵਸ ਜਨਰੇਟ ਹੁੰਦੀਆਂ ਨੇ ਉਹਨਾਂ ਦਾ ਬੇਸਿਕ ਪ੍ਰਿੰਸੀਪਲ ਇਹੀ ਹੈ ਕਿ ਅੱਪਰ ਲੈਵਲ ਟੂ ਲੋਅਰ ਲੈਵਲ ਜਦੋਂ ਟ੍ਰਾਂਜੀਸ਼ਨ ਹੁੰਦੀ ਹੈ। ਕਲੀਅਰ। ਇਹ ਤਾਂ ਹੈ ਸਿੰਪਲ ਲਾਈਟ ਦਾ ਪ੍ਰਿੰਸੀਪਲ। ਪਰ ਲੇਜ਼ਰ ਦੇ ਕੇਸ 'ਚ ਕੀ ਹੈ, ਲੇਜ਼ਰ ਦਾ ਕੀ ਮਤਲਬ ਹੈ। ਦੇਖੋ ਜਿਸ ਤਰ੍ਹਾਂ ਹੁਣ ਆਪਾਂ ਬੋਲ ਰਹੇ ਹਾਂ ਕਿ ਐਟਮ ਲੋਅਰ ਲੈਵਲ ਤੋਂ ਅੱਪਰ ਲੈਵਲ 'ਚ ਜਾਂਦੇ ਨੇ, ਪਰ ਲੋਅਰ ਤੋਂ ਅੱਪਰ ਆਪਣੇ ਆਪ ਨਹੀਂ ਜਾ ਸਕਦੇ ਹੁੰਦੇ। ਅਸੀਂ ਉਹਨਾਂ ਨੂੰ ਕੋਈ ਨਾ ਕੋਈ એનર્ਜੀ ਦੇ ਰਹੇ ਹਾਂ। ਅਸੀਂ ਉਹਨਾਂ ਨੂੰ ਕੀ ਕਰ ਰਹੇ ਹਾਂ, ਕੋਈ ਨਾ ਕੋਈ એનર્ਜੀ ਦੇ ਰਹੇ ਹਾਂ। એનર્ਜੀ ਗੇਨ ਕੀਤੀ, ਉੱਪਰ ਚਲੇ ਗਏ। ਪਰ ਅੱਪਰ ਲੈਵਲ ਦਾ ਜਿਹੜਾ ਲਾਈਫ ਟਾਈਮ ਹੈ ਉਹ 10⁻⁻8 ਸੈਕਿੰਡ ਹੁੰਦਾ। ਇਸ ਕਰਕੇ ਇਹ ਵਾਲੇ ਜਿਹੜੇ ਪਾਰਟੀਕਲਸ ਨੇ ਬਹੁਤਾ ਦੇਰ ਉੱਪਰ ਅੱਪਰ ਲੈਵਲ ਦੇ ਵਿੱਚ ਸਟੇ ਨਹੀਂ ਕਰ ਸਕਦੇ, ਇਹ ਆਪਣੇ ਆਪ ਨੀਚੇ ਆ ਜਾਂਦੇ ਨੇ। ਹੁਣ ਜੇ ਇਹ ਆਪਣੇ ਆਪ ਨੀਚੇ ਆ ਗਏ ਇਹਨੂੰ ਆਪਾਂ ਬੋਲਦੇ ਹਾਂ ਸਪੌਂਟੇਨੀਅਸ ਐਮਿਸ਼ਨ। ਕੀ ਬੋਲਦੇ ਹਾਂ, ਸਪੌਂਟੇਨੀਅਸ ਐਮਿਸ਼ਨ। ਉਰੇ ਕਿਉਂਕਿ ਪਾਰਟੀਕਲ એનર્ਜੀ ਲੈ ਕੇ ਗਏ ਸੀ, ਇਹ ਐਕਸਾਈਟ ਹੋ ਕੇ ਗਏ ਸੀ। ਐਕਸਾਈਟ ਕਿਉਂ ਹੋਏ, ਕਿਉਂਕਿ ਨੀਚੇ ਤੋਂ ਉੱਪਰ ਆਪਣੇ ਆਪ ਨਹੀਂ ਜਾ ਸਕਦੇ, એનર્ਜੀ ਦੇ ਕੇ ਉਹਨਾਂ ਨੂੰ ਐਕਸਾਈਟ ਕਰਨਾ ਪਊਗਾ। ਇਸ ਕਰਕੇ ਇੱਥੇ ਆਪਾਂ ਵਰਡ ਯੂਜ਼ ਕਰਦੇ ਹਾਂ, ਇੱਥੇ ਵਰਡ ਯੂਜ਼ ਕਰਦੇ ਹਾਂ ਆਪਾਂ ਸਟਿਮੂਲੇਟਿਡ। ਸਟਿਮੂਲੇਟਿਡ ਆਪਣੇ ਆਪ ਨੀਚੇ ਆ ਗਏ, ਦੈਟ ਮੀਨਸ ਸਪੌਂਟੇਨੀਅਸ ਐਮਿਸ਼ਨ। ਕਲੀਅਰ ਹੈ। ਹੁਣ ਇਹਦੇ 'ਚ ਇੱਕ ਥਰਡ ਪੋਸੀਬਿਲਿਟੀ ਹੋਰ ਵੀ ਹੈ। ਉਹ ਪੋਸੀਬਿਲਿਟੀ ਦੇ ਵਿੱਚ ਕੀ ਆਉਂਦਾ ਹੈ ਕਿ ਜਦੋਂ ਲੋਅਰ ਟੂ ਇਹ એનર્ਜੀ ਗੇਨ ਕਰਕੇ ਅੱਪਰ ਲੈਵਲ 'ਚ ਚਲੇ ਗਏ। ਹੁਣ ਕਈ ਵਾਰੀ ਕੁਛ ਸਪੈਸੀਮੈਨ ਇਹੋ ਜਿਹੇ ਨੇ, ਕੁਛ ਮਟੀਰੀਅਲ ਐਸੇ ਨੇ, ਜਾਂ ਅਸੀਂ ਬਾਹਰੋਂ ਕੁਛ ਐਕਸਟਰਾ ਸਮਥਿੰਗ ਪ੍ਰੋਵਾਈਡ ਕਰਕੇ ਅੱਪਰ ਲੈਵਲ ਦਾ ਜਿਹੜਾ ਲਾਈਫ ਟਾਈਮ ਹੈ, ਮਤਲਬ ਅਗਰ ਕਿਸੇ ਵੀ ਤਰੀਕੇ ਨਾਲ ਅੱਪਰ ਲੈਵਲ ਦਾ ਲਾਈਫ ਟਾਈਮ ਇਨਕਰੀਜ਼ ਹੋ ਜਾਂਦਾ ਤਾਂ ਉਹ ਉੱਥੇ ਕਾਫੀ ਦੇਰ ਸਟੇ ਕਰ ਸਕਦੇ ਹੁੰਦੇ ਨੇ। ਇਨ ਦੈਟ ਕੇਸ ਕੀ ਹੁੰਦਾ ਹੈ ਕਿ ਜਦੋਂ ਇਹਨਾਂ ਨੂੰ ਉੱਪਰ ਤੋਂ ਨੀਚੇ ਲੈ ਕੇ ਆਉਣਾ ਹੈ ਤਾਂ ਇਹ ਆਪਣੇ ਆਪ ਨਹੀਂ ਆਉਣਗੇ। ਇਹਨਾਂ ਨੂੰ ਸਾਨੂੰ ਦੁਬਾਰਾ ਫਿਰ ਕੀ ਦੇਣਾ ਪਊਗਾ, ਉਨਾ ਜਿੰਨਾ ਦੋ એનર્ਜੀ ਲੈਵਲਸ ਦਾ ਗੈਪ ਹੈ ਉਨੀ એનર્ਜੀ ਸਾਨੂੰ ਇਹਨਾਂ ਨੂੰ ਫਿਰ ਪ੍ਰੋਵਾਈਡ ਕਰਨੀ ਪਊਗੀ। ਦੈਟ ਮੀਨਸ ਕਿ ਅਸੀਂ ਇਹਨਾਂ ਨੂੰ ਜਾਣ ਲਈ ਵੀ એનર્ਜੀ ਦਿੱਤੀ, ਉੱਪਰ ਤੋਂ ਨੀਚੇ ਆਉਣ ਦੇ ਲਈ ਵੀ એનર્ਜੀ ਦਿੱਤੀ। ਇਹਦਾ ਮਤਲਬ ਇੱਥੇ ਡਬਲ એનર્ਜੀ ਹੋਗੀ। ਹੁਣ ਕਿਉਂਕਿ ਇਸ ਲੈਵਲ ਦਾ ਲਾਈਫ ਟਾਈਮ ਕਾਫੀ ਜ਼ਿਆਦਾ ਹੋ ਜਾਊਗਾ ਤਾਂ ਇੱਥੇ ਦੇਖੋ ਇਹ ਤਾਂ ਹੈ ਨਹੀਂ ਵੀ ਐਟ ਏ ਟਾਈਮ ਇੱਕੋ ਹੀ ਐਟਮ ਉੱਪਰ ਜਾਊਗਾ। ਨੰਬਰ ਆਫ ਐਟਮ ਉੱਪਰ ਜਾਂਦੇ ਨੇ, ਨੰਬਰ ਆਫ ਐਟਮਸ ਨੀਚੇ ਆਉਂਦੇ ਨੇ। ਕਿਉਂਕਿ ਲਾਈਫ ਟਾਈਮ ਜ਼ਿਆਦਾ ਹੋਊਗਾ ਤਾਂ ਉਰੇ ਬਹੁਤ ਸਾਰੇ ਐਟਮਸ ਦੇ ਸਟੇ ਹੋਣ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਵੱਧ ਜੂਗੀ। ਅਤੇ ਜਦੋਂ ਉਹਨਾਂ ਨੂੰ એનર્ਜੀ ਮਿਲੂਗੀ ਤਾਂ ਉਹ ਮੇ ਬੀ ਪੋਸੀਬਲ ਕਿ ਉਹ ਇਕੱਠੇ ਨੇ ਜਿਹੜੇ ਉਹ ਨੀਚੇ ਆ ਜਾਣ। ਇਹਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਨੂੰ ਇੱਥੇ ਆਊਟਪੁੱਟ ਮਿਲੂਗੀ ਉਹ ਆਊਟਪੁੱਟ ਤੁਹਾਨੂੰ ਐਂਪਲੀਫਾਈ ਹੋ ਕੇ ਮਿਲੂਗੀ। ਆਊਟਪੁੱਟ ਤੁਹਾਨੂੰ ਐਂਪਲੀਫਾਈ ਹੋ ਕੇ ਮਿਲੂਗੀ, ਪਲੱਸ
ਉਹਦੇ 'ਚ ਮੇਨ ਕੀ ਹੈ ਕਿ ਜਦੋਂ ਸੇਮ એનર્ਜੀ ਤੁਸੀਂ ਜਾਣ ਲਈ ਦੇ ਰਹੇ ਹੋ, ਸੇਮ એનਰਜੀ ਤੁਸੀਂ ਆਉਣ ਲਈ ਦੇ ਰਹੇ ਹੋ, ਡਬਲ એનਰਜੀ ਹੋਗੀ, ਤਾਂ ਉੱਥੇ ਸੇਮ એનਰਜੀ ਦੇ ਜਿਹੜੇ ਫੋਟੋਨਸ ਨੇ ਉਹ ਰਿਲੀਜ਼ ਹੋਣਗੇ। ਇਹਦਾ ਮਤਲਬ ਉਹ ਇੱਕ ਦੂਜੇ ਦੇ ਇਫੈਕਟ ਨੂੰ ਇਨਕਰੀਜ਼ ਕਰਨਗੇ। ਇਨ ਦੈਟ ਕੇਸ ਇਹੀ ਸਿੰਪਲ ਲਾਈਟ ਕੀ ਬਣ ਜੂਗੀ, ਇਹ ਲੇਜ਼ਰ ਲਾਈਟ ਬਣ ਜੂਗੀ। ਠੀਕ ਹੈ ਜੀ। ਹੁਣ ਮੈਂ ਦੁਬਾਰਾ ਤੁਹਾਨੂੰ ਸਮਝਾ ਰਹੀ ਹਾਂ। देखो नीचे तो ऊपर जाना है पार्टिकल ने, पर वो अपने आप नहीं जा सकता, उन्होंने एनर्जी देनी पऊगी, क्योंकि आप एनर्जी दे रहे हैं तो असं उन्होंने कह रहे हैं कि असं उन्होंने स्टिमुलेट कर रहे हैं, मतलब असं उन्होंने एक्साइट कर रहे हैं नीचे तो ऊपर जाने के लिए। अगर लाइफ टाइम घट है अपर लैवल का तो पार्टिकल ने अपने आप नीचे आ जाना, उन्होंने असीं बोलते हैं स्पॉन्टेनियस एमिशन। पर जे पार्टिकल किसी रीजन करके उपरों नीचे अपने आप नहीं आ रहा, सानूं उन्होंने नीचे लैके आने के लिए भी एनर्जी देनी पै रही है। कितनी एनर्जी देनी पै रही है, जिन्ना गैप होगा दो लैवल्स, जाने लिए भी उन्नी देनी पऊगी, आने लिए भी उन्नी देनी पऊगी। दैट मीनस कि इत्थे फिर जिहड़ी तुहानूं आउटपुट मिलूगी वो फेस च मिलूगी, प्लस वो एक दूजे के इफैक्ट में इनक्रीज़ करनगे, उन्होंने सेम फ्रीकुएंसी होगी, तो उस केस जी लाइट प्रोड्यूस होगी उन्होंने असीं की बोलते हैं, लेज़र लाइट बोलते हैं। दैट्स वाई जो तुसीं इहदी डेफिनेशन इहदा कंप्लीट जी एब्रीएशन है उन्होंने देखो, इट इज़ लाइट एम्पलीफिकेशन बाय स्टिमुलेटिड एमिशन। ये वर्ड की यूज़ कर रहे हैं, स्टिमुलेटिड एमिशन वर्ड यूज़ कर रहे हैं कि असीं उन्होंने एक्साइट करके नीचे लेके आ रहे हैं। क्लीयर है। तो बेटा ये जो तुहानूं मैं फस्ट पेज भेजे से सारा यही सीगा, स्टिमुलेटिड और इंड्यूस्ड एब्जॉर्प्शन। पार्टिकल का नीचे तो ऊपर जाना एनर्जी गेन करके, कितनी एनर्जी गेन करूँगा, जिन्ना वो दो लैवल्स का डिफरेंस होगा। क्लीयर है। उस तो बाद है स्पॉन्टेनियस एमिशन, अगर अपने आप नीचे आ गया तो उन्होंने की बोलते हैं स्पॉन्टेनियस एमिशन। सिमिलरली नैक्सट की आ गया स्टिमुलेटिड एमिशन, जो असी अपर टू लोअर लियाने के लिए भी एनर्जी दे रहे हैं तो उन्होंने असीं की बोलते हैं, स्टिमुलेटिड एमिशन बोलते हैं। ठीक है। तो देखो बेटा अगर लेज़र लाइट प्रोड्यूस करवानी है, दैट मीनस तुसीं समझ ही गए होगे कि स्टिमुलेट करवाना ज़रूरी है। तो स्टिमुलेशन एक नसैसरी कंडीशन है फॉर द लेज़र। स्टिमुलेटिड एमिशन इज़ नसैसरी कंडीशन फॉर द laser. Clear है। So only in stimulated emission the photons of same phase, energy, frequency, state of polarization are obtained and they travel parallel to ईच अदर। तो वो नाल की होगी कि लाइट की जी एम्पलीफिकेशन हो जाएगी, तो उत्थे सारे पार्टिकल्स जोड़े होंगे फेस होंगे, तो एक हाईली इंटेंस बीम है जोड़ा वो प्रोड्यूस करेंगे। उस तो बाद नैक्सट बहुत इंपॉर्टेंट आर्टिकल है आइंस्टाइन थ्योरी ऑफ रेडिएशन और डेरीवेशन ऑफ आइंस्टाइनस रिलेशन। आप आइंस्टाइनस रिलेशन पढ़ने ने, तो आइंस्टाइन ने पहला कुछ एजम्पशनस दित्तियां सीगियां इस रिलेशन दी। एजम्पशनस की ने देखो, फस्ट एजम्पशन की है, कहंदा किसी पर्टिकुलर टाइम ते जिन्ने एटम लोअर लैवल च होणगे उन्ने ही इक्विलिब्रियम स्टेट च अपर लैवल च होंगे। एट एनी इंस्टेंट इफ देयर आर n1 नंबर ऑफ एटम्स पर यूनिट वॉल्यूम इन एनर्जी स्टेट E1 and n2 number of atoms per unit volume in energy state E2, then in state of equilibrium number of photons emitted and absorbed will be remain constant। मतलब कि लोअर लैवल टू अपर लैवल जान दी टेंडेंसी ते आन दी टेंडेंसी एट थर्मल इक्विलिब्रियम की होगी, सेम होगी। सो एन नंबर ऑफ पार्टिकल्स जेड़े नीचे तो ऊपर जा रहे हैं, एन नंबर ऑफ पार्टिकल जेड़े ऊपर तो नीचे आ रहे हैं, इन्हां दी काउंटिंग की होगी, सेम होगी, कॉन्सटेंट होगी। इहदी अजम्पशन है। सैकेंडली जिहड़ी तुसीं रेडिएशन डेंसिटी नूं फॉलो कर रहे हो, मतलब जिहड़ी एनर्जी आपां दे रहे हैं इनू अपर लैवल दे विच लैके जाण दे लई, मतलब यू ओमेगा दे नाल आपां इनू रिप्रजेंट करते हैं। ये स्पैक्ट्रल डिस्ट्रीब्यूशन है जिहड़ा ये ब्लैक बॉडी रेडिएशन फॉलो करता है। कहने का मतलब प्लैंक्स लॉ के अकॉर्डिंग जिहड़ी एनर्जी डेंसिटी तुसीं प्रोवाइड कर रहे हो वो ये अकॉर्डिंग होगी। कहने का मतलब हर एक टाइप की एनर्जी है जिहड़ी इत्थे आपां फॉल करवा सकते हैं, उहदे च कोई पर्टिकुलर लिमिट नहीं है। एच बार ओमेगा क्यू पाई स्केयर सी क्यू 1/e⁻⁻ एच बार ओमेगा के बी टी -1। एच बेटा प्लैंक्स कॉन्स्टेंट, ओमेगा फ्रीक्वेंसी, सी वेलोसिटी ऑफ लाइट, ठीक है। ओमेगा एंगुलर फ्रीक्वेंसी पता है, के बोल्ट्जमैन कॉन्स्टेंट है, के बी ये पैरां च लिखा हुआ है, सबसक्रिप्शन है। उस तो बाद डिस्ट्रीब्यूशन ऑफ N1 एंड N2 इज़ डिटरमिनड बाय बोल्ट्जमैन डिस्ट्रीब्यूशन एट गिवन टैंपरेचर। कहने का मतलब लोअर लैवल च जिन्ने एटम्स पे ने, अपर लैवल च जिन्ने एटम्स पे ने, वो इस रूल नू फॉलो करनगे, e⁻⁻h बार ओमेगा अपॉन के
टी। क्लीयर है जी। 3 एजम्पशनस ने, फर्स्ट एजम्पशन, सैकेंड एजम्पशन एंड थर्ड एजम्पशन। उस तो बाद आपाने आइनस्टाइन्स रिलेशन ड्राइव करने ने। देखो तो मैं बेटा 3 पॉसिबिलिटीज़ पढ़ाइया ने। पॉसिबिलिटीज़ की है, फर्स्ट एब्जॉर्प्शन है, उस तो बाद स्पॉन्टेनियस एमिशन है, थर्ड की है स्टिमुलेटेड एमिशन है। मतलब रेट ऑफ एब्जॉर्प्शन की है, एब्जॉर्प्शन हो रही है, उरे की है एमिशन हो रही है। किस तरह की एमिशन हो रही है? स्पॉन्टेनियस। ये किस तरह की एमिशन हो रही है? स्टिमुलेटेड हो रही है, जी असी आप करवा रहे हैं एनर्जी दे के। क्लीयर है। तो हुण रेट ऑफ एब्जॉर्प्शन किस चीज़ से डिपेंड करता है? रेट ऑफ एब्जॉर्प्शन डिपेंड करता है कि तुसी एनर्जी कितनी प्रोवाइड करते हो, लोअर लैवल दे विच एटम किन्ने पए ने। देखो रेट ऑफ एब्जॉर्प्शन मतलब तुसी कितनी एनर्जी डेंसिटी उरे प्रोवाइड कर रहे हो, लोअर लैवल दे विच किन्ने नंबर ऑफ एटम्स ने जिहड़े एग्जिस्ट करते हैं। तो क्योंकि पार्टिकल्स की ट्रांजिशन हो रही है 1 to 2, फस्ट लैवल तो सैकेंड लैवल हो रही है, तो यदा जो कॉन्सटेंट है आप लिखते हैं बी 1 to 2 मतलब फस्ट तो सैकेंड लैवल च। उस तो बाद है स्पॉन्टेनियस एमिशन, क्योंकि स्पॉन्टेनियस एमिशन अपने आप हो रही है, ये असी कोई एनर्जी प्रोवाइड नहीं कर रहे हैं। दैट मीनस कि ये एनर्जी डेंसिटी तो डिपेंड नहीं करूगी, ये डिपेंड करती है सिर्फ N2 ते। किते डिपेंड कर रही है? सिर्फ N2 ते। तो स्पॉन्टेनियस एमिशन का रेट की है A21 N2, ए कॉन्सटेंट है। क्लीयर है। एमिशन का कॉन्सटेंट है स्पॉन्टेनियस एमिशन का A21, क्योंकि 2 2 1 आ रहे हैं पार्टिकल की आ रहे हैं सैकेंड लैवल तो फस्ट लैवल च आ रहे हैं, तो करके अपना कॉन्सटेंट की है A21। सिमिलरली स्टिमुलेटेड एमिशन, हुण स्टिमुलेटेड एमिशन दे विच की है, ये भी आप अपने आप करवा रहे हैं। ठीक है, आप क्योंकि एनर्जी डेंसिटी दे रहे हैं तो ये नीचे आ रहे हैं। दैट मीनस रेट ऑफ स्टिमुलेशन आल्सो डिपेंड्स अपॉन N2 एंड एनर्जी डेंसिटी, क्योंकि ये पार्टिकल्स ने जोड़े स्टिमुलेटेड का केस ही है, इस करके दा कॉन्सटेंट B है। 2 to 1 आ रहे हैं, इस करके 2 1 है। ठीक है जी। उस तो बाद कंडीशन ऑफ इक्विलिब्रियम है। कंडीशन ऑफ इक्विलिब्रियम दे विच की है, फस्ट कंडीशन की इक्विलिब्रियम कंडीशन कि जिन्ना रेट ऑफ एब्जॉर्प्शन होगा वो कादे इक्वल होगा? स्पॉन्टेनियस प्लस स्टिमुलेटेड दे रेट दे इक्वल होगा। तो आप इत्थे रेट ऑफ स्पॉन्टेनियस पुट करता, रेट ऑफ स्पॉन्टेनियस एमिशन पुट करता, रेट ऑफ स्टिमुलेटेड एमिशन पुट करता। ये सारे च U ओमेगा बाहर आ गया, B12 N1 B21 N2 इज इक्वल टू A21 N2 बन गया। ये आप U की वैल्यू कढ़ लेने, एनर्जी डेंसिटी की वैल्यू कढ़ ली, ये कितनी बन गई A21 N2। ये सारा फैक्टर की आ गया? नीचे आ गया। ये सारे आप की करना है कि N1 N2 ਦੇ ਨਾਲ ਸਾਰੀ ਇਕੁਏਸ਼ਨ ਨੂੰ डिवाइड कर लो। डिवाइड किया तो उरे N1 upon N2 बन गया, उरे N2 नाल N2 कैंसल हो गया, ऊपर भी N2 ਦੇ ਨਾਲ N2 कैंसल हो गया। सिमिलरली एनर्जी डेंसिटी जी हैगी है, एनर्जी डेंसिटी A21 N1 ਤੇ N2 ਦੀ वैल्यू जे तुसी पिछली इक्वेशन तो देखो, आप एजम्पशनस पढ़ी सी बेटा। देखो 2 नंबर इक्वेशन मैं तुहानूं दोबारा शो कर रही हाँ। अपनी 2 नंबर इक्वेशन की सी N1 upon N2 की आ वाली वैल्यू सी, क्योंकि हुण अपने को उस इक्वेशन की बन गया N1 upon N2 बन गया ना। तो आ देखो N1 upon N2 बन गया, ये जगह आप की वैल्यू पुट करांगे e⁻h बार upon KT। क्लीयर है। उस तो बाद आप इनू सारे की करते हैं B21 के नाल डिवाइड करते हैं, तो A21 upon B21। क्लीयर है। इत्थे B12 पे है, B12 upon B21 ये की बन गया 1 बन गया। क्लीयर है। ये हुण अपने कोल एनर्जी डेंसिटी की इक्वेशन बन गई। हुण जे तुहानूं फस्ट इक्वेशन याद होए, आपां जो अपनी एजम्पशनस ने उन्हें कहा कि स्पैक्ट्रल डिस्ट्रीब्यूशन ब्लैक बॉडी में फॉलो करूँ, तो वो अकॉर्डिंग जी एनर्जी डेंसिटी है रिलेशन H बार ओमेगा क्यूब पाई स्केयर C क्यूब 1 upon e⁻h बार ओमेगा upon KT -1 बन गया। तो अगर असी देखिए, तुसी इनू देखो, ये सारी इक्वेशन नू देखो और आ वाली सारी इक्वेशन नू देखो। ठीक है, देखो ये सिमिलैरिटीज़ ने इस इक्वेशन के विच, तो आप इनू कंपेयर कर सकते हैं। जो आप कंपेयर करते हैं तो A2 upon B21 ये सारा कॉन्सटेंट है, साढ़े को सारा कॉन्सटेंट पे है। ठीक है, यदा मतलब A2 upon B21 की वैल्यू कितनी बन गई? H बार ओमेगा क्यूब अपॉन पाई स्केयर C क्यूब बन गई। क्लीयर है। तो इतों अपना जोड़ा A21 है वो की बन गया H बार ओमेगा क्यूब पाई स्केयर C क्यूब, B21 अपना इधर चला गया, 4 नंबर इक्वेशन बन गई। ठीक है। सिमिलरली अगर आप इत्थे देखिए,
ਆ ਚੀਜ਼ ਨੂੰ ਦੇਖੀਏ, ਇਹਨੂੰ ਕੰਪੇਅਰ ਕਰੀਏ, ਇਹਦੇ ਨਾਲ ਕੋਐਫੀਸ਼ੀਐਂਟ ਪਿਆ B12 upon B21। ਜੇ ਅਸੀਂ ਇਹਨੂੰ ਦੇਖੀਏ, ਇਹ ਸਾਰੀ ਸਿਮਿਲਰ ਹੈ ਇਕੁਏਸ਼ਨ। ਇਹਦੇ ਨਾਲ ਕੀ ਪਿਆ B12 upon B21, ਇਹਦੇ ਨਾਲ 1 ਹੈ ਆਟੋਮੈਟਿਕਲੀ। ਦੈਟ ਮੀਨਸ ਕਿ B12 upon B21 ਇਜ਼ ਇਕੁਅਲ ਟੂ 1। ਤਾਂ B12 upon B21 ਕੀ ਹੋ ਗਿਆ 1 ਬਣ ਗਿਆ। ਦੈਟ ਮੀਨਸ ਕਿ ਇਹ ਦੋਨੋਂ ਕੌਨਸਟੈਂਟ ਨੇ ਜਿਹੜੇ ਨੇ ਉਹਨਾਂ ਦੀ ਵੈਲਿਊ ਕੀ ਹੈ ਸੇਮ ਹੈ। ਇਹ 5 ਨੰਬਰ ਬਣ ਗਿਆ। ਦੇਖੋ ਆਇਨਸਟਾਈਨ ਕੋਐਫੀਸ਼ੀਐਂਟਸ ਦਾ ਮਤਲਬ ਹੈ ਕਿ ਇਹ ਜਿਹੜੇ ਕੌਨਸਟੈਂਟਸ ਨੇ A ਤੇ B ਇਹਨਾਂ ਨੂੰ ਅਸੀਂ ਕੈਲਕੂਲੇਟ ਕਰਨਾ ਹੈ। ਤਾਂ ਆਪਾਂ ਨੇ ਜੋ ਕੈਲਕੂਲੇਸ਼ਨ ਕੀਤੀ ਉਹਦੇ ਅਕੋਰਡਿੰਗ A21 ਜਿਹੜਾ ਹੈ ਇਹ ਕੋਐਫੀਸ਼ੀਐਂਟ ਹੈ ਸਪੌਂਟੇਨੀਅਸ ਐਮਿਸ਼ਨ ਦਾ, B ਕੋਐਫੀਸ਼ੀਐਂਟ ਹੈ ਐਬਜ਼ੌਰਪਸ਼ਨ ਦਾ ਤੇ ਸਟਿਮੂਲੇਟਿਡ ਐਮਿਸ਼ਨ ਦਾ। ਤਾਂ B12 ਇਜ਼ ਇਕੁਅਲ ਟੂ B21 ਇਜ਼ ਇਕੁਅਲ ਟੂ B ਬਣ ਗਿਆ। ਤਾਂ ਕਹਿੰਦੇ 4 ਤੇ 5 ਨੂੰ ਅਗਰ ਅਸੀਂ ਕੰਪੇਅਰ ਕਰਦੇ ਹਾਂ ਤਾਂ 5 ਦੀ ਵੈਲਿਊ ਨੂੰ ਤੁਸੀਂ 3 ਦੇ ਵਿੱਚ ਪੁੱਟ ਕਰ ਦਿਓ। 5 ਦੀ ਵੈਲਿਊ ਨੂੰ ਤੁਸੀਂ 3 ਦੇ ਵਿੱਚ ਪੁੱਟ ਕਰ ਦਿਓ ਤਾਂ 3 ਨੰਬਰ ਇਕੁਏਸ਼ਨ ਜੇ ਤੁਸੀਂ ਦੇਖੋ 3 ਨੰਬਰ ਇਕੁਏਸ਼ਨ ਜਿਹੜੀ ਹੈ ਆਹ ਵਾਲੀ ਸਾਰੀ ਹੈ। ਤਾਂ ਇਹਦੇ ਵਿੱਚ ਜਦੋਂ ਅਸੀਂ ਵੈਲਿਊ ਪੁੱਟ ਕਰਦੇ ਹਾਂ ਤਾਂ એનર્ਜੀ ਡੈਂਸਿਟੀ ਕੀ ਆ ਗਈ A upon B, ਕਿਉਂਕਿ ਹੁਣ B ਸੇਮ ਨੇ 1 upon e raised to the power h bar omega kt minus 1 ਔਰ A upon B ਆ ਵੈਲਿਊ ਨੂੰ ਨੀਚੇ ਲਿਆਏ, ਇਹ ਵੈਲਿਊ ਨੂੰ ਉੱਪਰ ਲੈ ਗਏ। ਠੀਕ ਹੈ, ਤਾਂ ਇੱਥੋਂ ਬੇਟਾ ਕੀ ਬਣ ਗਿਆ ਆਪਣੀ ਇਕੁਏਸ਼ਨ ਨੰਬਰ 6 ਬਣ ਗਈ। ਠੀਕ ਹੈ ਜੀ। ਤਾਂ ਇੱਥੋਂ ਦੇਖੋ ਆਪਣਾ ਆਇਨਸਟਾਈਨ ਕੋਐਫੀਸ਼ੀਐਂਟ ਦਾ ਪਰਪਸ ਸੀਗਾ ਕਿ ਆਪਾਂ ਨੇ A ਤੇ B ਫਾਈਂਡ ਆਊਟ ਕਰਨੇ ਨੇ। ਤਾਂ ਆਪਾਂ ਨੇ A ਫਾਈਂਡ ਆਊਟ ਕਰ ਲਿਆ, ਆਪਾਂ ਨੇ B ਫਾਈਂਡ ਆਊਟ ਕਰ ਲਿਆ। ਕਲੀਅਰ ਹੈ, ਇਹ ਆਪਾਂ ਨੇ ਕਰਨਾ ਸੀ। ਉਸ ਤੋਂ ਬਾਅਦ ਸਪੈਸ਼ਲ ਕੇਸ ਕੀ ਹੈ ਦੇਖੋ, ਇਹ ਕਹਿੰਦਾ ਇਕੁਏਸ਼ਨ ਨੰਬਰ 6 ਗਿਵਸ ਦੀ ਰੇਸ਼ੋ ਆਫ ਸਪੌਂਟੇਨੀਅਸ ਐਮਿਸ਼ਨ ਟੂ ਸਟਿਮੂਲੇਟਿਡ ਐਮਿਸ਼ਨ। ਤੁਸੀਂ ਇਕੁਏਸ਼ਨ ਨੰਬਰ 6 ਦੇਖੋ, ਇਕੁਏਸ਼ਨ ਨੰਬਰ 6 ਦੇਖੋ। ਕਹਿੰਦਾ ਇਕੁਏਸ਼ਨ ਨੰਬਰ 6 ਸਾਨੂੰ ਕੀ ਦੱਸਦੀ ਹੈ A upon B ਦੱਸ ਰਹੀ ਹੈ। A ਕੀ ਹੈ ਸਪੌਂਟੇਨੀਅਸ ਐਮਿਸ਼ਨ ਦਾ ਕੋਐਫੀਸ਼ੀਐਂਟ ਹੈ, B ਕੀ ਹੈ ਸਟਿਮੂਲੇਟਿਡ ਐਮਿਸ਼ਨ ਦਾ ਕੋਐਫੀਸ਼ੀਐਂਟ ਹੈ। ਇਹਦਾ ਮਤਲਬ 6 ਨੰਬਰ ਇਕੁਏਸ਼ਨ ਕਿਤੇ ਨਾ ਕਿਤੇ ਸਾਨੂੰ ਇਹ ਦੱਸਦੀ ਹੈ ਕਿ ਸਪੌਂਟੇਨੀਅਸ ਐਮਿਸ਼ਨ ਜਿਹੜਾ ਹੈ ਉਹਦਾ ਸਟਿਮੂਲੇਟਿਡ ਐਮਿਸ਼ਨ ਦੇ ਨਾਲ ਕੀ ਰਿਲੇਸ਼ਨ ਹੈ। ਤਾਂ A ਜੇ ਅਸੀਂ ਕੈਲਕੂਲੇਟ ਕਰਨਾ ਹੈ, ਮੰਨ ਲਓ A ਅਗਰ ਅਸੀਂ ਪ੍ਰੈਕਟੀਕਲੀ ਦੇਖੀਏ ਤਾਂ A ਕੀ ਬਣ ਗਿਆ e raised to the power h bar omega upon kt minus 1, ਕਿਉਂਕਿ ਇਹਦੇ ਵਿੱਚ B ਜਿਹੜਾ ਸੀ B ਆਪਣਾ ਨੀਚੇ ਹੈ, ਇਹ ਉੱਧਰ ਚਲਾ ਜਾਊਗਾ ਤਾਂ ਆਪਣਾ B ਇੱਧਰ ਆ ਗਿਆ। ਸਪੌਂਟੇਨੀਅਸ ਐਮਿਸ਼ਨ ਇਜ਼ ਇਕੁਅਲ ਟੂ B ਕਾਹਦਾ ਸਟਿਮੂਲੇਟਿਡ ਐਮਿਸ਼ਨ ਦਾ। ਤਾਂ A upon B ਦੀ ਜਿਹੜੀ ਰੇਸ਼ੋ ਹੈ ਉਹ ਕਿਤੇ ਨਾ ਕਿਤੇ ਸਾਨੂੰ ਇਹ ਦੱਸਦੀ ਹੈ ਵੀ ਕਿਸੇ ਵੀ ਪਰਟੀਕੂਲਰ ਕੰਡੀਸ਼ਨ ਦੇ ਵਿੱਚ ਸਪੌਂਟੇਨੀਅਸ ਐਮਿਸ਼ਨ ਜ਼ਿਆਦਾ ਹੋਊਗਾ ਜਾਂ ਸਟਿਮੂਲੇਟਿਡ ਐਮਿਸ਼ਨ ਜ਼ਿਆਦਾ ਹੋਊਗਾ। ਤਾਂ ਆਪਾਂ ਚੈੱਕ ਕਰਦੇ ਹਾਂ ਕਿ ਕਿਸ ਕੰਡੀਸ਼ਨ 'ਚ ਸਟਿਮੂਲੇਟਿਡ ਐਮਿਸ਼ਨ ਜ਼ਿਆਦਾ ਹੋਊਗਾ, ਕਿਉਂਕਿ ਦੇਖੋ ਲੇਜ਼ਰ ਦੀ ਰਿਕੁਆਇਰਮੈਂਟ ਹੈ ਸਟਿਮੂਲੇਟਿਡ ਐਮਿਸ਼ਨ ਦੀ। ਤਾਂ ਦੇਖਣਾ ਪਏਗਾ ਕਿ ਸਟਿਮੂਲੇਸ਼ਨ ਜ਼ਿਆਦਾ ਹੋ ਰਹੀ ਹੈ ਕਿ ਸਪੌਂਟੇਨੀਅਸ ਐਮਿਸ਼ਨ ਜ਼ਿਆਦਾ ਹੋ ਰਿਹਾ ਹੈ। ਤਾਂ ਓਮੇਗਾ ਜਿਹੜਾ ਹੈ ਇੱਕ ਨੰਬਰ ਆਫ ਸਪੌਂਟੇਨੀਅਸ ਐਮਿਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ, KT upon h bar ਨੰਬਰ ਆਫ ਸਟਿਮੂਲੇਟਿਡ ਐਮਿਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ। ਅਗਰ ਤਾਂ ਕਹਿੰਦਾ ਓਮੇਗਾ ਮਚ ਗ੍ਰੇਟਰ ਦੈਨ ਹੈ KT upon h bar, ਅਗਰ ਓਮੇਗਾ ਉਹਦੀ ਆਪਣੀ ਨੈਚੁਰਲ ਫ੍ਰੀਕੁਐਂਸੀ ਜਿਹੜੀ ਹੈਗੀ ਉਹ ਜ਼ਿਆਦਾ ਹੈ KT upon h bar ਦੇ ਨਾਲੋਂ। K ਬੋਲਟਜ਼ਮੈਨ ਕੌਂਸਟੈਂਟ, T ਟੈਂਪਰੇਚਰ, h bar ਸਾਨੂੰ ਪਤਾ ਹੈ ਵੀ ਪਲੈਂਕਸ ਕੌਂਸਟੈਂਟ 'ਚ ਆਉਂਦਾ। ਤਾਂ ਨੰਬਰ ਆਫ ਸਪੌਂਟੇਨੀਅਸ ਐਮਿਸ਼ਨ ਵੱਧ ਹੋਣਗੇ ਸਟਿਮੂਲੇਟਿਡ ਐਮਿਸ਼ਨ ਦੇ ਨਾਲੋਂ। ਅਗਰ ਓਮੇਗਾ ਵੱਡਾ, ਦੇਖੋ ਬੇਟਾ ਆਪਣੇ ਕੋਲ ਰਿਲੇਸ਼ਨ ਪਿਆ A upon B। 6 ਨੰਬਰ ਇਕੁਏਸ਼ਨ ਜੇ ਤੁਸੀਂ ਦੇਖੋ A upon B ਇਜ਼ ਇਕੁਅਲ ਟੂ e raised to the power h bar omega upon kt minus 1 ਹੈ। ਤਾਂ ਇੱਥੇ ਦੇਖੋ ਇਹ ਕਹਿੰਦਾ ਅਗਰ ਓਮੇਗਾ ਬਹੁਤ ਵੱਡਾ ਹੈ ਕਿਹਦੇ ਨਾਲੋਂ KT upon h bar ਦੇ ਨਾਲੋਂ ਵੱਡਾ ਹੈ, ਦੈਟ ਮੀਨਸ ਇਹ ਵੈਲਿਊ ਜਿਹੜੀ ਆਊਗੀ ਤੁਹਾਡੇ ਕੋਲੋਂ ਲਾਰਜ ਆਊਗੀ। ਲਾਰਜ ਆਉਣ ਦਾ ਮਤਲਬ ਹੈ ਕਿ ਉਹਦੇ ਸਪੌਂਟੇਨੀਅਸ ਐਮਿਸ਼ਨ ਜਿਹੜਾ ਹੋਊਗਾ ਉਹ ਜ਼ਿਆਦਾ ਹੋਊਗਾ। ਜੇ ਓਮੇਗਾ ਘੱਟ ਹੈ KT upon h bar ਜ਼ਿਆਦਾ ਹੈ ਤਾਂ ਸਟਿਮੂਲੇਸ਼ਨ ਜ਼ਿਆਦਾ ਹੋਊਗੀ, ਫਿਰ ਸਟਿਮੂਲੇਟਿਡ ਐਮਿਸ਼ਨ ਜਿਹੜਾ ਹੋਊਗਾ ਉਹ ਜ਼ਿਆਦਾ ਹੋਊਗਾ। ਕਲੀਅਰ ਹੈ। ਤਾਂ ਇੱਥੇ ਬੇਟਾ ਟੌਪਿਕ ਖਤਮ ਹੈ। ਉਸ ਤੋਂ ਬਾਅਦ ਨੈਕਸਟ ਲੈਕਚਰ ਨੈਕਸਟ ਪੇਜਿਸ ਮੈਂ ਤੁਹਾਨੂੰ ਸੈਂਡ ਕਰੂੰਗੀ, ਤਾਂ ਉਹਨਾਂ ਦੇ ਪਹਿਲਾਂ ਨੋਟਸ ਪ੍ਰਿਪੇਅਰ ਕਰ ਲਓ 1-2 ਦਿਨ ਦੇ ਵਿੱਚ, ਤਾਂ ਕਿ ਜਦੋਂ ਮੈਂ ਸਮਝਾ ਰਹੀ ਹਾਂ ਤੁਹਾਨੂੰ ਤਾਂ ਤੁਹਾਡੇ ਕੋਲੋਂ ਨੋਟਸ ਤੁਹਾਡੇ ਕੋਲ ਕਾਪੀ ਹੋਏ ਤਾਂ ਕਿ ਈਜ਼ੀਲੀ ਸਮਝ ਆ ਜਾਣ। ਠੀਕ ਹੈ ਬੇਟਾ, ਇਹਦਾ ਸੈਕਸ਼ਨ A ਮੈਂ ਕਰਵਾਉਣਾ ਹੈ, ਸੈਕਸ਼ਨ B ਜਿਹੜਾ ਹੈ ਉਹ ਸੁਮੀਤ ਮੈਡਮ ਕਰਵਾਉਣਗੇ। ਸੋ ਥੈਂਕਸ ਅ ਲੋਟ।